ਗੁਰਬਚਨ ਸਿੰਘ ਭੁੱਲਰ ਦਾ ਵਿਅਕਤੀ ਚਿੱਤਰ। ਰਾਜਿਆ ਤੈਨੂੰ ਰਾਜ ਦਾ, ਮੈਨੂੰ ਕਲਾ ਦਾ ਮਾਣ। ਬਠਿੰਡੇ ਦਾ ਨਗੀਨਾ ਗਮੰਤਰੀ। ਮੇਰੇ ਬਚਪਨ ਸਮੇਂ ਸਾਡੇ ਪਿੰਡਾਂ ਉੱਤੇ ਰਿਆਸਤੀ ਰਾਜਿਆਂ ਦਾ ਰਾਜ ਹੁੰਦਾ ਸੀ। ਮੇਰਾ ਪਿੰਡ ਪਿੱਥੋਂ ਨਾਭਾ ਰਿਆਸਤ ਵਿੱਚ ਸੀ। ਪਿੰਡਾਂ ਦੀਆਂ ਸੱਥਾਂ ਵਿੱਚ ਅਜਿਹੀਆਂ ਗੱਲਾਂ ਆਮ ਹੀ ਹੁੰਦੀਆਂ ਸੀ ਕਿ ਨਾਭਾ, ਪਟਿਆਲਾ, ਫਰੀਦਕੋਟ, ਸੰਗਰੂਰ ਆਦਿ ਰਿਆਸਤਾਂ ਦੇ ਰਾਜੇ ਭਲਵਾਨਾਂ, ਵਿਦਵਾਨਾਂ, ਕਵੀਸ਼ਰਾਂ, ਗਮੰਤਰੀਆਂ ਤੇ ਵਜੰਤਰੀਆਂ ਦੀ ਕਦਰ, ਹੌਸਲਾ ਅਫਜ਼ਾਈ ਤੇ ਸਾਂਭ ਸੰਭਾਲ ਕਰਨਾ ਆਪਣਾ ਫਰਜ਼ ਸਮਝਦੇ ਹੈ। ਕੁਛ ਰਾਜਿਆਂ ਨੂੰ ਸਮਝ ਹੁੰਦੀ, ਕੁਛ ਦਾ ਸ਼ੌਕ ਹੁੰਦਾ, ਬਾਕੀ ਰੀਸੋ ਰੀਸੀ ਅਜਿਹਾ ਕਰਦੇ। ਸਾਡੀ ਨਾਭਾ ਰਿਆਸਤ ਦਾ ਮਹਾਰਾਜਾ ਹੀਰਾ ਸਿੰਘ ਗਾਉਣ ਸੁਣਨ ਦਾ ਬੜਾ ਰਸੀਆ ਸੀ। ਇਹਦਾ ਕਾਰਨ ਉਹਦਾ ਪਹਿਲੇ ਲਗਭਗ 3 ਦਹਾਕੇ ਪੇਂਡੂ ਕਿਸਾਨੀ ਜੀਵਨ ਜਿਉਣਾ ਸੀ। 1871 'ਚ ਰਾਜਾ ਭਗਵਾਨ ਸਿੰਘ ਦੇ ਬੇਔਲਾਦ ਮਰਨ ਮਗਰੋਂ ਰਿਆਸਤ ਦੇ ਅੰਗਰੇਜ਼ ਪ੍ਰਤੀਨਿਧ ਨੇ ਕੁਰਸੀਨਾਮਾ ਫੜਿਆ ਤੇ ਕਿਸੇ ਦਾਅਵੇਦਾਰ ਨੂੰ ਅੰਗਰੇਜ਼ ਵਿਰੋਧੀ ਤੇ ਕਿਸੇ ਨੂੰ ਅਯਾਸ਼ ਆਖ ਕੇ ਰੱਦ ਕਰਦਿਆਂ ਆਖਰ ਸਿੱਧੇ ਸਾਦੇ ਪੇਂਡੂ ਦੀ ਕਲਪਨਾ ਕਰਕੇ ਹੀਰਾ ਸਿੰਘ ਦੇ ਨਾਂ ਤੇ ਉਂਗਲ ਰੱਖ ਦਿੱਤੀ। ਦੰਦ ਕਥਾ ਅਨੁਸਾਰ ਜਦੋਂ ਨਾਭੇ ਤੋਂ ਪਾਲਕੀ ਬਰਦਾਰ ਉਹਨੂੰ ਪਿੰਡ ਬਡਰੁੱਖਾਂ ਤੋਂ ਲੈਣ ਆਏ, ਉਹ ਖੇਤ 'ਚ ਬੈਠਾ ਗਾਜਰਾਂ ਪੁੱਟ ਰਿਹਾ ਸੀ। ਰਿਆਸਤ ਦੇ ਲੋਕ ਪਰਜਾ ਦੀ ਰਹਿਤਲ ਦਾ ਜਾਣੂ ਹੋਣ ਸਦਕਾ ਉਹਨੂੰ ਜੱਟ ਰਾਜਾ ਆਖਦੇ ਸੀ ਤੇ ਨਿਆਂ ਦੇਣ ਦੇ ਪੱਖੋਂ ਮਹਾਰਾਜਾ ਰਣਜੀਤ ਸਿੰਘ ਨਾਲ ਮਿਲਦੇ ਸੀ। ਉਹਨੇ 40 ਸਾਲ ਨਾਭਾ ਰਿਆਸਤ ਨੂੰ ਵਧੀਆ ਰਾਜ ਦਿੱਤਾ। ਲੋਹਾ ਖੇੜੀਆ ਮੋਦਨ ਤਾਂ ਮਹਾਰਾਜਾ ਹੀਰਾ ਸਿੰਘ ਦਾ ਖਾਸ ਕਿਰਪਾ ਪਾਤਰ ਹੀ ਸੀ ਹੀ। ਮਹਾਰਾਜਾ ਜੈਤੋਂ ਦੇ ਇੱਕ ਉਤਾਰੇ ਸਮੇਂ ਮੋਦਨ ਦੇ ਚੇਲੇ ਪਿੰਡ ਵੱਡੀ ਗੁਮਟੀ ਦੇ ਖਿੱਦੂ ਦਾ ਗਾਉਣ ਮਾਣ ਰਿਹਾ ਸੀ। ਉਹਨੇ ਕਲੀ ਚੁੱਕੀ, ਬੰਨ ਲੰਗੋਟਾ ਹੀਰ ਨੇ ਵਿੱਚ ਠਿੱਲ ਪਈ, ਕਰਦੀ ਜਾਂਦੀ ਮਾਹੀ ਮਾਹੀ ਮਾਹੀ। ਇਹ ਬੋਲ ਸੁਣ ਕੇ ਹੀਰਾ ਸਿੰਘ ਹੈਰਾਨ ਹੋਇਆ। ਗਮੰਤਰੀਆ ਜਨਾਨੀ ਦੇ ਲੰਗੋਟ? ਖਿੱਦੂ ਕਹਿੰਦਾ ਮਹਾਰਾਜ ਜੱਤ ਸੱਤ ਦਾ ਲੰਗੋਟ। ਮਹਾਰਾਜੇ ਨੇ ਖਿੱਦੂ ਦੀ ਦਲੀਲ ਤੋਂ ਖੁਸ਼ ਹੋ ਕੇ ਉੱਥੇ 1 ਰੁਪਈਆ ਰੋਜ਼ੀਨਾ ਬੰਨ੍ਹ ਦਿੱਤਾ। ਮਹਾਰਾਜਾ ਸੰਗਰੂਰ ਰਘਬੀਰ ਸਿੰਘ ਨੇ ਢੱਡਿਆਂ ਵਾਲਾ ਵਧਾਵਾ ਦਰਬਾਰੀ ਗਮੰਤਰੀ ਰੱਖਿਆ ਹੋਇਆ ਸੀ। ਜਦੋਂ ਇੰਗਲੈਂਡ 'ਚ ਪਾਰਲੀਮੈਂਟ ਨੇ ਮਲਕਾ ਵਿਕਟੋਰੀਆ ਨੂੰ ਹਿੰਦੁਸਤਾਨ ਦੀ ਮਹਾਰਾਣੀ ਐਲਾਨਿਆ, ਇਸ ਐਲਾਨ ਦਾ ਜਸ਼ਨ ਦਿੱਲੀ 'ਚ ਇੱਕ ਦਰਬਾਰ ਦੇ ਰੂਪ 'ਚ ਮਨਾਇਆ ਗਿਆ। ਵਾਇਸਰਾਏ ਦੇ ਅਜਿਹੇ ਜਸ਼ਨਾਂ 'ਚ ਰਿਆਸਤੀ ਰਾਜਿਆਂ ਦਾ ਹਾਜ਼ਰੀ ਭਰਨਾ ਜ਼ਰੂਰੀ ਹੁੰਦਾ ਸੀ। ਕਹਿੰਦੇ ਮਹਾਰਾਜਾ ਸੰਗਰੂਰ ਵਧਾਵੇ ਨੂੰ ਆਪਣੇ ਨਾਲ ਦਿੱਲੀ ਲੈ ਗਿਆ। ਉੱਥੋਂ ਦੇ ਕਈ ਦਿਨ ਦੇ ਨਿਵਾਸ ਸਮੇਂ ਉਹਦੇ ਮਹਿਮਾਨ ਰਾਜਿਆਂ, ਐਲਕਾਰਾਂ ਤੇ ਸਰਦਾਰਾਂ ਦੀਆਂ ਮਹਿਫਲਾਂ ਦਾ ਸ਼ਿੰਗਾਰ ਬਣਿਆ। ਮਹਾਰਾਜਾ ਪਟਿਆਲਾ ਵੀ ਉਹਦਾ ਕਦਰਦਾਨ ਸੀ। ਕਈ ਧਨਾੜ ਉਹਨੂੰ ਵਿਆਹ ਸਾਹੇ ਸਮੇਂ ਬੁਲਾਉਂਦੇ। ਉਸ ਜ਼ਮਾਨੇ 'ਚ ਉਹਨੂੰ ਸੋਨੇ ਦੀ ਛਾਪ ਤੇ 125 ਰੁਪਈਆ ਭੇਟ ਕੀਤਾ ਜਾਂਦਾ। ਸਭ ਸਾਥੀਆਂ ਨੂੰ ਚਤਈਆਂ ਤੇ ਰਸਦ ਵੱਖਰੀ। ਫਰੀਦਕੋਟ ਦੇ ਰਾਜਿਆਂ ਦੀ ਸਿੱਧੀ ਸਰਪ੍ਰਸਤੀ ਉੱਤੇ ਹਾਜ਼ਰੀ ਸਦਕਾ ਉੱਥੋਂ ਦਾ ਦੁਸਹਿਰਾ ਦੂਰ ਦੂਰ ਤੱਕ ਮਸ਼ਹੂਰ ਹੋਇਆ। ਦੁਸਹਿਰੇ ਦੇ ਮੇਲੇ ਵੇਲੇ ਗਾਉਣ ਤਾਂ ਲੱਗਣੀ ਹੋਏ। ਬੁਢਲਾਡੇ ਨੇੜਲੇ ਪਿੰਡ ਹਸਨਪੁਰ ਦਾ ਜੱਟ ਪ੍ਰਤਾਪਾ ਮਹਾਰਾਜੇ ਦਾ ਖਾਸ ਚਹੇਤਾ ਗਮੰਤਰੀ ਸੀ, ਜਾਂ ਫਿਰ ਰਾਊ ਵਾਲੇ ਦਾ ਰੁਲੀਆ ਉਹਦੇ ਬਰਾਬਰ ਮੜਿੱਕਦਾ। ਇਹ ਉਹ ਰੁਲੀਆ ਸੀ ਜਿਹਦੇ ਸਾਰੰਗੀ ਦੇ ਗਜ਼ ਨਾਲ ਤਾਂ ਹਰ ਵਜੰਤਰੀ ਵਾਂਗੂ ਘੁੰਗਰੂਆਂ ਦਾ ਗੁੱਛਾ ਬੰਨ੍ਹਿਆ ਹੀ ਹੁੰਦਾ। ਇੱਕ ਪੈਰ ਨਾਲ ਵੀ ਘੁੰਗਰੂ ਬੰਨੇ ਹੁੰਦੇ। ਤਾਲ ਪੂਰਾ ਹੋਣ ਸਮੇਂ ਉਹ ਗਜ਼ ਦੇ ਹੁਲਾਰੇ ਦੇ ਨਾਲ ਹੀ ਪੈਰ ਦਾ ਜਿਹਾ ਛਣਕਾਟਾ ਦਿੰਦਾ ਕਿ ਕੀਲੇ ਹੋਏ ਸਰੋਤੇ ਦੇਖਦੇ ਹੀ ਰਹਿ ਜਾਂਦੇ। ਕਈ ਗਮੰਤਰੀਆਂ ਦੀ ਬੋਲਬਾਣੀ 'ਚ ਤਾਂ ਇੰਨਾ ਰਸ ਹੁੰਦਾ, ਉਹਨਾਂ ਦਾ ਇੰਨਾ ਨਾਂ ਹੋ ਜਾਂਦਾ ਕਿ ਉਹਨਾਂ ਨੂੰ ਇੱਕ ਤੋਂ ਵੱਧ ਰਾਜਿਆਂ ਦੀ ਸਰਪ੍ਰਸਤੀ ਹਾਸਲ ਹੋ ਜਾਂਦੀ। ਅਜਿਹੇ ਲਗਭਗ ਸਾਰੇ ਗਮੰਤਰੀ ਹੀ ਉਸਤਾਦਾਂ ਤੋਂ ਲਈ ਹੋਈ ਵਿੱਦਿਆ ਅੱਗੇ ਆਪਣੇ ਸ਼ਿਸ਼ਾਂ ਦੇ ਹਵਾਲੇ ਕਰ ਦਿੰਦੇ। ਇਉਂ ਗਮੰਤਰੀਆਂ ਦੀ ਗਾਇਕੀ ਦੇ ਵੀ ਘਰਾਣੇ ਬਣ ਜਾਂਦੇ। ਤਵਿਆਂ ਤੇ ਰੇਡੀਓ ਦਾ ਇਨਕਲਾਬ ਮਾਲਵੇ ਦੇ ਪਿੰਡਾਂ ਤੱਕ ਪੁੱਜਣ ਤੋਂ ਪਹਿਲਾਂ ਕਵੀਸ਼ਰੀ ਜੱਥਿਆਂ ਬਾਰੇ ਤਾਂ ਜੇ ਇਹ ਕਹਿ ਲਈਏ ਕਿ ਉਹ ਪਿੰਡ ਪਿੰਡ ਹੁੰਦੇ ਸੀ, ਕੋਈ ਝੂਠ ਨਹੀਂ ਹੋਏਗਾ। ਗਿਣਤੀ ਦੇ ਪੱਖੋਂ ਦੂਜੇ ਥਾਂ ਉੱਤੇ ਢੱਡ ਸਾਰੰਗੀ ਵਾਲੇ ਆਉਂਦੇ ਸੀ। ਮੇਰੀ ਚੜ੍ਹਦੀ ਉਮਰੇ ਇਹ ਕਲਾ ਆਪਣੇ ਪੂਰੇ ਜਲੌਅ 'ਚ ਸੀ। ਸ਼ਬਦ ਦੀ ਸੁਗੰਧ ਵੀ ਖਿਲਾਰਦੀ ਤੇ ਨਾਲ ਹੀ ਸੰਗੀਤ ਦਾ ਰਸ ਵੀ ਘੋਲਦੀ। ਦਿਲਚਸਪ ਗੱਲ ਇਹ ਕਿ ਸਾਡੇ ਇਲਾਕੇ 'ਚ ਇਹਨਾਂ ਨੂੰ ਢਾਡੀ ਨਹੀਂ ਸੀ ਕਿਹਾ ਜਾਂਦਾ, ਗਮੰਤਰੀ ਕਿਹਾ ਜਾਂਦਾ ਸੀ। ਅਨੇਕ ਸ਼ਬਦਾਂ 'ਚ ਵ ਨੂੰ ਮ ਉਚਾਰਨ ਦੀ ਮਾਲਵੇ ਦੀ ਆਦਤ ਅਨੁਸਾਰ ਇਹ ਗਮੰਤਰੀ ਸ਼ਬਦ ਗਵੰਤਰੀ ਭਾਵ ਗਾਉਣ ਵਾਲੇ ਦੀ ਥਾਂ ਬੋਲਿਆ ਜਾਂਦਾ ਸੀ। ਉਹਨਾਂ ਦੇ ਖਾੜੇ ਨੂੰ ਵੀ ਗਾਉਣ ਕਿਹਾ ਜਾਂਦਾ ਸੀ। ਚਲੋ ਅਮਕੇ ਪਿੰਡ ਵਾਲੇ ਗਮੰਤਰੀਆਂ ਦਾ ਗਾਉਣ ਸੁਣਨ ਚੱਲੀਏ। ਇਹ ਗਮੰਤਰੀ ਕਿਉਂਕਿ ਗਾਉਣ ਦੇ ਨਾਲ ਨਾਲ ਸਾਜ਼, ਖਾਸ ਕਰਕੇ ਢੱਡ ਤੇ ਸਾਰੰਗੀ ਵੀ ਵਜਾਉਂਦੇ ਸੀ, ਉਸ ਰੂਪ 'ਚ ਇਹਨਾਂ ਨੂੰ ਵਜੰਤਰੀ ਵੀ ਕਿਹਾ ਜਾਂਦਾ। ਫਲਾਣਾ ਗਮੰਤਰੀ ਸਾਰੰਗੀ ਦਾ ਵਜੰਤਰੀ ਵੀ ਕਮਾਲ ਦਾ। ਕਈ ਗਮੰਤਰੀ ਨਾਲ ਹੀ ਕਵੀਸ਼ਰ ਵੀ ਹੁੰਦੇ ਕਿਉਂਕਿ ਉਹ ਆਪ ਹੀ ਲਿਖਦੇ, ਆਪ ਹੀ ਢੱਡ ਸਾਰੰਗੀ ਨਾਲ ਗਾਉਂਦੇ।
ਗਮੰਤਰੀ ਆਪਣੀ ਕਲਾ ਦੀ ਮਾਨਤਾ ਸਦਕਾ ਆਪਣੇ ਆਪ ਨੂੰ ਸਵੈਮਾਨ ਦੀ ਨਜ਼ਰ ਨਾਲ ਵੇਖਦੇ ਸਨ। ਇੱਕ ਕਾਰਨ ਇਹ ਵੀ ਰਿਹਾ ਕਿ ਉਹ ਇਹਦਾ ਮੁੱਢ ਨਟਰਾਜ ਤੇ ਸ਼ਕਤੀ ਨਾਲ ਜਾ ਜੋੜਦੇ ਸਨ। ਕਹਿੰਦੇ ਹਨ, ਆਨੰਦ ਮੁਦਰਾ ਵਿੱਚ ਆਪਣੀ ਬਾਂਹ ਛਾਤੀਆਂ ਤੇ ਰੱਖ ਕੇ ਪਈ ਨਿਰਵਸਤਰ ਸ਼ਕਤੀ ਨੂੰ ਨਿਹਾਰਦਿਆਂ ਨਟਰਾਜ ਨੇ ਵੀਣਾ ਦੀ ਕਲਪਨਾ ਕੀਤੀ। ਇਸੇ ਕਲਪਨਾ ਸਦਕਾ ਨਟਰਾਜ ਹੱਥੋਂ ਮਧੁਰ ਸੰਗੀਤ ਸਿਰਜਣ ਵਾਲੇ ਸਾਜ਼ ਵੀਣਾ ਦਾ ਜਨਮ ਹੋਇਆ। ਉਹਦੇ ਰੂਪ ਨੂੰ ਘੱਟ ਵੱਧ ਬਦਲ ਕੇ ਕਈ ਸਾਜ਼ ਹੋਂਦ 'ਚ ਆਏ। ਉਹਨਾਂ ਬਦਲਵੇਂ ਰੂਪਾਂ ਵਿੱਚੋਂ ਇੱਕ ਸਾਰੰਗੀ ਹੈ। ਇਹਨੂੰ ਸੰਗੀਤ ਦੇ ਸਾਰੇ ਅੰਗਾਂ ਭਾਵ ਰੂਪਾਂ ਦਾ ਸਾਰ ਪੇਸ਼ ਕਰ ਸਕਣ ਦੀ ਸਮਰੱਥਾ ਰੱਖਣ ਵਾਲੀ ਹੋਣ ਸਦਕਾ ਸਾਰ ਅੰਗੀ ਨਾਂ ਮਿਲਿਆ, ਜੋ ਸਮਾਂ ਪਾ ਕੇ ਬੋਲਦਿਆਂ ਬੋਲਦਿਆਂ ਸਾਰੰਗੀ ਬਣ ਗਿਆ। ਹੌਲੀ ਹੌਲੀ ਸੰਸਾਰ ਭਰ 'ਚ ਸਾਰੰਗੀ ਨਾਲ ਮਿਲਦੇ ਜੁਲਦੇ ਅਨੇਕ ਹੋਰ ਸਾਜ਼ ਵੀ ਵਿਕਸਿਤ ਹੋ ਗਏ। ਸਾਰੰਗੀ ਮਨੁੱਖੀ ਆਵਾਜ਼ ਦੇ ਸਭ ਤੋਂ ਨੇੜੇ ਦਾ ਸਾਜ਼ ਗਿਣਿਆ ਜਾਂਦਾ ਹੈ। ਪ੍ਰੇਮ ਤੇ ਹੁਲਾਸ ਦੇ ਨਾਲ ਬਿਰਹਾ, ਦਰਦ, ਵਿਯੋਗ ਤੇ ਵਿਰਾਗ ਆਦਿ ਦੇ ਮਨੁੱਖੀ ਬੋਲ ਜਿੰਨੀ ਸਮਾਨਤਾ ਤੇ ਸਫਲਤਾ ਨਾਲ ਸਾਰੰਗੀ ਕੱਢ ਸਕਦੀ ਹੈ, ਹੋਰ ਕੋਈ ਸਾਜ਼ ਨਹੀਂ ਕੱਢ ਸਕਦਾ। ਢੱਡ ਤਾਂ ਹੈ ਹੀ ਸਿੱਧੀ ਨਟਰਾਜ ਦੇ ਡਮਰੂ ਦੀ ਸਕੀ ਭੈਣ। ਫਰਕ ਸਿਰਫ ਇੰਨਾ ਹੈ, ਡਮਰੂ ਦੀ ਸੂਰਤ ਵਿੱਚ ਪ੍ਰਹਾਰ ਤਣਾਵਾਂ ਦੇ ਸਿਰਿਆਂ ਉੱਤੇ ਲੱਗੇ ਮਣਕੇ ਕਰਦੇ ਹੈ, ਢੱਡ ਵਜਾਉਂਦਿਆਂ ਵਜਾਵੇ ਦੀਆਂ ਉਂਗਲਾਂ ਪ੍ਰਹਾਰ ਕਰਦੀਆਂ। ਜਿੰਨੀ ਨਿੱਕੀ ਉਨੀ ਤਿੱਖੀ ਦੇ ਕਥਨ ਅਨੁਸਾਰ ਨਿੱਕੀ ਜਿਹੀ ਢੱਡ ਜਦੋਂ ਆਪਣੀ ਆਈ 'ਤੇ ਆ ਜਾਂਦੀ ਹੈ, ਸਰੋਤਿਆਂ ਨੂੰ ਵਹਾ ਕੇ ਲੈ ਜਾਂਦੀ ਹੈ। ਇਸੇ ਕਰਕੇ ਗਾਉਣ 'ਚ ਤਾਂ ਠੀਕ ਇਹਨਾਂ ਦੋਵੇਂ ਸਾਜ਼ਾਂ ਦੀ ਜੋਟੀਦਾਰੀ ਦੀ ਸਰਦਾਰੀ ਰਹੀ ਹੈ, ਪਰ ਅੱਗੋਂ ਇਹਨਾਂ ਦੋਵਾਂ ਸਾਜ਼ਾਂ ਵਿੱਚੋਂ ਮੀਰੀ ਢੱਡ ਹੀ ਰਹਿੰਦੀ ਹੈ। ਤਦੀ ਤਾਂ ਇਹਨਾਂ ਨੂੰ ਢੱਡ ਸਾਰੰਗੀ ਕਿਹਾ ਜਾਂਦਾ ਹੈ, ਸਾਰੰਗੀ ਢੱਡ ਨਹੀਂ। ਗਮੰਤਰੀਆਂ ਨੇ ਪ੍ਰਸੰਗ ਕੋਈ ਵੀ ਛੇੜਨਾ ਹੋਵੇ, ਸ਼ੁਰੂਆਤ ਉਹ ਇਸ਼ਟ ਧਿਆਉਣ ਵਾਲੇ ਮੰਗਲਾਚਰਨ ਤੋਂ ਹੀ ਕਰਦੇ। ਸਰਸਵਤੀ ਮਾਂ ਤੋਂ ਗਾਉਣ ਵਿਦਿਆ ਦਾ ਵਰ ਮੰਗਿਆ ਜਾਂਦਾ। ਉਹ ਆਪਣੇ ਉਸਤਾਦ ਨੂੰ ਚੇਤੇ ਕਰਕੇ ਨਮਸਕਾਰ ਜ਼ਰੂਰ ਕਰਦੇ। ਗਮੰਤਰੀ ਦਾ ਜਾਤ ਧਰਮ ਕੁਛ ਵੀ ਹੁੰਦਾ, ਉਹ ਦੇਵੀ ਦੇਵਤਿਆਂ ਦੇ ਤੇ ਬਾਬੇ ਨਾਨਕ ਤੋਂ ਲੈ ਕੇ ਜਤੀਆਂ ਸਤੀਆਂ ਸਭ ਨੂੰ ਸਿਮਰਦਾ। ਪ੍ਰਸੰਗ ਵੀ ਇੱਕੋ ਜਿਹੇ ਆਦਰ ਨਾਲ ਹਰ ਧਰਮ ਦੇ ਗਾਉਂਦਾ। ਨਗੀਨਾ, ਰੁਲੀਆ, ਵਧਾਵਾ ਆਦਿ ਅਨੇਕ ਗਮੰਤਰੀ ਪੀੜ੍ਹੀਆਂ ਤੋਂ ਗਾਇਕੀ ਨਾਲ ਜੁੜੇ ਹੋਏ ਮਰਾਸੀ ਭਾਈਚਾਰੇ ਵਿੱਚੋਂ ਸਨ। ਬਰਨਾਲੇ ਵਾਲਾ ਮੱਘਰ ਸ਼ੇਖ ਸੀ, ਧਨੌਲੇ ਵਾਲਾ ਪੂਰਨ ਝਿਓਰ ਸੀ ਤੇ ਛਪਾਰ ਵਾਲਾ ਡੋਗਰ ਤੇਲੀ ਸੀ। ਪ੍ਰਤਾਪਾ ਜੱਟ, ਦਇਆ ਰਾਮ ਪੰਡਤ ਤੇ ਖਿੱਦੂ ਮੋਚੀ ਸੀ। ਗਾਉਣ ਦਾ ਆਰੰਭ ਕਰਦਿਆਂ ਗੱਲੀਂ ਲੱਗੇ ਸਰੋਤਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਤੇ ਇਕਾਗਰ ਕਰਨ ਵਾਸਤੇ ਗਮੰਤਰੀ ਉੱਚੀ ਹੇਕ ਕੱਢ ਕੇ ਕੋਈ ਬਹੁਤ ਮਨਮੋਹਕ ਤੇ ਖਿੱਚ ਭਰਪੂਰ ਦੋਹਰਾ ਛੇੜਦੇ। ਕੁਛ ਬਹੁਤ ਪ੍ਰਚਲਿਤ ਦੋਹਰੇ ਇਹ ਸਨ, ਜੇ ਸੁਖ ਲੈਣਾ ਜਗਤ ਮੇਂ, ਛੱਡਦੇ ਗੱਲਾਂ ਚਾਰ, ਚੋਰੀ ਜਾਰੀ ਜਾਮਨੀ, ਚੌਥੀ ਪਰਾਈ ਨਾਰ। ਆਸ਼ਿਕ ਪੜ੍ਹਨ ਨਮਾਜ਼ ਇਸ਼ਕ ਦੀ, ਜਿਸ ਵਿੱਚ ਹਰਫ ਨਾ ਕੋਈ, ਜੀਭ ਨਾ ਹਿੱਲੇ, ਬੁੱਲ ਨਾ ਫਰਕਣ, ਪਾਕ ਨਮਾਜ਼ੀ ਸੋਈ। ਉੱਚਾ ਬੋਲ ਨਾ ਬੋਲੀਏ, ਕਰਤਾਰੋਂ ਡਰੀਏ, ਬੋਲ ਬੋਲੀਏ ਮਿੱਠੜਾ, ਫੱਟ ਦਿਲ ਦੇ ਭਰੀਏ। ਪਹਿਲਾ ਜਾਦੂ ਰੂਪ ਹੈ, ਦੂਜਾ ਜਾਦੂ ਰਾਗ, ਤੀਜਾ ਜਾਦੂ ਲੱਛਮੀ, ਚੌਥਾ ਬੰਦੇ ਦਾ ਭਾਗ। ਮਾਰਿਆ ਮਰੇ ਕੁਸੰਗ ਦਾ, ਕੇਲੇ ਮੁੱਢ ਕਰੀਰ, ਉਹ ਝੂਲੇ ਉਹ ਪੱਛੀਏ, ਚੋਟਾਂ ਸਹੇ ਸਰੀਰ। ਹਵਾਲੇ ਬਾਣੀ 'ਚੋਂ ਵੀ ਦਿੱਤੇ ਜਾਂਦੇ, ਭਾਵੇਂ ਕਿ ਉਚਾਰਨ ਆਮ ਕਰਕੇ ਸਰਲ ਸਿੱਧਾ ਕਰ ਲਿਆ ਜਾਂਦਾ। ਭਗਤ ਕਬੀਰ ਤੇ ਬਾਬਾ ਫਰੀਦ ਦੇ ਦੋਹੇ ਤੇ ਸ਼ਲੋਕ ਗਮੰਤਰੀਆਂ ਨੂੰ ਖਾਸਾ ਖਿੱਚਦੇ। ਕਿਸੇ ਸੂਰਮੇ ਦਾ ਪ੍ਰਸੰਗ ਛੇੜਨ ਤੋਂ ਪਹਿਲਾਂ ਉਹ ਕਬੀਰ ਜੀ ਨੂੰ ਸਿਮਰਦੇ। ਜਣਨੀ ਜਨੇ ਤਾਂ ਭਗਤ ਜਨ, ਕਿਆ ਦਾਤਾ ਕਿਆ ਸੂਰ, ਨਹੀਂ ਤਾਂ ਜਣਨੀ ਬਾਂਝ ਰਹੇ, ਕਾਹੇ ਗਵਾਵੇ ਨੂਰ। ਕਿਸੇ ਪ੍ਰੇਮ ਪ੍ਰਸੰਗ 'ਚ ਵਿਛੜੇ ਪ੍ਰੇਮੀ ਨੂੰ ਮਿਲਣ ਦੀ ਚਾਹ 'ਚ ਵਿਆਕੁਲ ਮਨ ਦਾ ਦਰਦ ਗਾਉਣ ਤੋਂ ਪਹਿਲਾਂ ਉਹ ਫਰੀਦ ਤੋਂ ਬੋਲ ਉਧਾਰੇ ਲੈਂਦੇ। ਕਾਗਾ ਕਰੰਗ ਢੰਡੋਲਿਆ, ਸਗਲਾ ਖਾਇਆ ਮਾਸ, ਇਹ ਦੋ ਨੈਣਾ ਮਤ ਛੋ, ਮੈਨੂੰ ਫਿਰ ਦੇਖਣ ਕੀ ਆਸ। ਇਸ਼ਕ ਮਿਜਾਜ਼ੀ ਵੱਲ ਵਧਦਿਆਂ ਉਹ ਜਿਹੇ ਦੋਹਰੇ ਲਾਉਂਦੇ, ਨਾ ਕੋਈ ਬਰਛਾ ਮਾਰਿਆ, ਨਾ ਮਾਰੀ ਤਲਵਾਰ, ਦੋ ਨੈਣਾਂ ਦਾ ਮਾਰਿਆ, ਤੜਫੇ ਸਹਿ ਕੇ ਵਾਰ। ਮੁੱਛ ਫੁਟੇਂਦਾ ਗੱਭਰੂ, ਹਿੱਕ ਫੁਟੇਂਦੀ ਨਾਰ, ਵੱਗ ਛਿੜੇਂਦਾ ਵੈੜਕਾ, ਕੀ ਤਿੰਨਾ ਅਤਬਾਰ। ਇਸ ਤਰ੍ਹਾਂ ਆਰੰਭਕ ਦੋਹਰੇ ਜਾਂ ਦੋਹਰਿਆਂ ਨਾਲ ਮਾਹੌਲ ਬੰਨ੍ਹ ਕੇ ਉਹ ਅਸਲ ਪ੍ਰਸੰਗ ਵੱਲ ਆਉਂਦੇ। ਗਮੰਤਰੀ ਮੰਨਦੇ ਸਨ ਕਿ ਇਹ ਰੱਬ ਦੀ ਬਖਸ਼ਿਸ਼ ਹੈ ਕਿ ਉਹਨੇ ਅਣਗਿਣਤ ਲੋਕਾਂ ਨੂੰ ਇਸ ਤੋਂ ਵਿਰਵੇ ਰੱਖ ਕੇ ਇਸ ਕਲਾ ਨਾਲ ਉਹਨਾਂ ਦੀ ਝੋਲੀ ਭਰਨ ਦੀ ਕਿਰਪਾ ਕੀਤੀ ਹੈ। ਉਹਨਾਂ ਦੀ ਨਿਵੇਕਲੀ ਨਿਆਰੀ ਪੁਸ਼ਾਕ ਵੀ ਆਮ ਲੋਕਾਂ ਤੋਂ ਵੱਖਰੇ ਹੋਣ ਦੀ ਉਹਨਾਂ ਦੀ ਧਾਰਨਾ ਦਾ ਇੱਕ ਪ੍ਰਤੱਖ ਰੂਪ ਸੀ। ਉਹਨਾਂ 'ਚ ਕਲਾ ਦਾ ਮਾਣ ਸਵੈਮਾਨ ਹੁੰਦਾ ਸੀ, ਅਭਿਮਾਨ ਨਹੀਂ। ਕਵੀਸ਼ਰਾਂ ਤੇ ਗਵਈਆਂ ਦੇ ਕਲਾਕਾਰੀ ਸਵੈਮਾਨ ਦਾ ਜ਼ਿਕਰ ਕਰਦਿਆਂ ਅਜਿਹੀਆਂ ਲੋਕ ਕਲਾਵਾਂ ਦੇ ਵੱਡੇ ਗਿਆਨੀ ਬਠਿੰਡੇ ਵਾਲੇ ਪ੍ਰੋਫੈਸਰ ਕਰਮ ਸਿੰਘ ਨੇ ਇੱਕ ਬੜੀ ਕਮਾਲ ਦੀ ਗੱਲ ਸੁਣਾਈ। ਇੱਕ ਵਾਰੀ
ਪਟਿਆਲੀਆ ਮਹਾਰਾਜਾ ਭੁਪਿੰਦਰ ਸਿੰਘ ਕੁਝ ਦਿਨਾਂ ਵਾਸਤੇ ਬਠਿੰਡੇ ਦੇ ਕਿਲ੍ਹੇ 'ਚ ਟਿਕਿਆ ਸੀ। ਉਦੋਂ ਰਾਜੇ ਨੂੰ ਸਥਾਨਕਤਾ ਨਾਲ ਮੇਲਣ ਵਾਲੀ ਅਹਿਮ ਕੜੀ ਨੰਬਰਦਾਰ ਜ਼ੈਲਦਾਰ ਹੁੰਦੇ ਸਨ। ਮਹਾਰਾਜੇ ਨੇ ਹਰ ਵੇਲੇ ਸੇਵਾ 'ਚ ਤਤਪਰ ਜ਼ੈਲਦਾਰ ਦਸੌਂਧਾ ਸਿੰਘ ਨੂੰ ਕੋਲ ਬੁਲਾਇਆ। ਕਹਿਣ ਲੱਗਿਆ, ਜ਼ੈਲਦਾਰ ਸਾਹਿਬ, ਸ਼ਾਮ 'ਚ ਰਸ ਭਰੀਏ, ਕੋਈ ਬਹੁਤ ਵਧੀਆ ਗਵਈਆ ਗਮੰਤਰੀ ਬੁਲਾਓ। ਜ਼ੈਲਦਾਰ ਦੀ ਨਜ਼ਰ ਇੱਕਦਮ ਨਗੀਨੇ ਵੱਲ ਗਈ। ਉਹਨੇ ਚੌਕੀਦਾਰ ਨੂੰ ਆਵਾਜ਼ ਦਿੱਤੀ, ਜਾ ਬਈ ਤੂੰ ਨਗੀਨੇ ਦੇ ਘਰ ਜਾ। ਉਹਨੇ ਹੱਥ ਜੋੜੇ, ਕੀ ਸੁਨੇਹਾ ਦੇਵਾਂ ਜ਼ੈਲਦਾਰ ਸਾਹਿਬ? ਇੰਨੇ ਨੂੰ ਦਸੌਂਧਾ ਸਿੰਘ ਨੂੰ ਖਿਆਲ ਆਇਆ, ਨਗੀਨੇ ਨੇ ਲਾਗੀ ਭੇਜੇ ਤੋਂ ਤਾਂ ਆਉਣਾ ਨਹੀਂ, ਪੂਰਾ ਆਕੜਖੋਰ ਬੰਦਾ ਹੈ। ਉਹ ਬੋਲਿਆ, ਬਸ ਚੌਕੀਦਾਰਾ ਤੂੰ ਰਹਿਣ ਦੇ, ਜਾ ਆਪਦਾ ਕੰਮ ਕਰ। ਜ਼ੈਲਦਾਰ ਆਪ ਚੱਲ ਕੇ ਨਗੀਨੇ ਦੇ ਘਰ ਗਿਆ। ਉਹਦਾ ਜ਼ੈਲਦਾਰ ਨੂੰ ਘਰ ਆਇਆ ਵੇਖ ਕੇ ਹੈਰਾਨ ਹੋਣਾ ਕੁਦਰਤੀ ਸੀ। ਆਓ ਮਹਾਰਾਜ, ਜ਼ੈਲਦਾਰ ਸਾਹਿਬ, ਗਰੀਬ ਦੇ ਘਰ ਦਾ ਰਾਹ ਕਿਵੇਂ ਭੁੱਲ ਗਏ? ਜ਼ੈਲਦਾਰ ਨੇ ਕੁਝ ਵਿਅੰਗ ਜਿਹੇ ਨਾਲ ਕਿਹਾ, ਤੂੰ ਕਿੱਥੋਂ ਦਾ ਗਰੀਬ ਨਗੀਨਿਆ? ਤੈਨੂੰ ਤਾਂ ਖੁਦਾ ਨੇ ਕਲਾ ਦੀਆਂ ਦੌਲਤਾਂ ਝੋਲੀਆਂ ਭਰ ਬਖਸ਼ੀਆਂ, ਤਦੇ ਤਾਂ ਚੱਲ ਕੇ ਤੇਰੇ ਦਰ 'ਤੇ ਆਏ ਹਾਂ। ਨਗੀਨੇ ਨੇ ਹੱਥ ਜੋੜੇ, ਹੁਕਮ। ਜ਼ੈਲਦਾਰ ਬੋਲਿਆ, ਤੈਨੂੰ ਪਤਾ ਹੀ ਹੋਏਗਾ, ਮਹਾਰਾਜਾ ਸਾਹਿਬ ਨੇ ਕਿਲ੍ਹੇ 'ਚ ਉਤਾਰਾ ਕੀਤਾ ਹੋਇਆ ਹੈ। ਉਹਨਾਂ ਨੇ ਸ਼ਾਮ ਨੂੰ ਗਾਉਣ ਸੁਣਨ ਦੀ ਇੱਛਾ ਪ੍ਰਗਟ ਕੀਤੀ ਹੈ। ਆਥਣੇ ਕਿਲ੍ਹੇ 'ਚ ਆ ਜਾਈਂ। ਨਗੀਨੇ ਨੇ ਝੱਟ ਸਵਾਲ ਕੀਤਾ, ਜ਼ੈਲਦਾਰਾ, ਮਹਾਰਾਜਾ ਗਾਉਣ ਸੁਣਨ ਜਾਣਦਾ ਵੀ ਹੈ? ਜ਼ੈਲਦਾਰ ਉਹਦਾ ਸਵਾਲ ਸੁਣ ਕੇ ਹੈਰਾਨ ਰਹਿ ਗਿਆ। ਬੋਲਿਆ, ਕੀ ਕਮਲੀਆਂ ਮਾਰਦਾ? ਨਗੀਨਿਆ, ਮਹਾਰਾਜਾ ਸਾਹਿਬ ਗਾਉਣ ਸੁਣਨ ਵੀ ਨਹੀਂ ਜਾਣਦੇ? ਨਗੀਨਾ ਕਹਿੰਦਾ, ਜਿਵੇਂ ਗਾਉਣਾ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ। ਜ਼ੈਲਦਾਰ ਸਾਹਿਬ, ਸੁਣਨਾ ਵੀ ਹਰੇਕ ਦੇ ਵੱਸ ਨਹੀਂ ਹੁੰਦਾ। ਖੈਰ, ਜੇ ਮਹਾਰਾਜਾ ਸਾਡਾ ਗਾਉਣ ਸੁਣਨ ਦਾ ਚਾਹਵਾਨ ਹੈ ਤਾਂ ਜ਼ਰੂਰ ਸੁਣਾਵਾਂਗੇ, ਪਰ ਇੱਕ ਕੰਮ ਕਰਿਓ, ਕਿਲ੍ਹੇ 'ਚ ਮੇਰੇ ਗਾਉਣ ਵਾਲੀ ਥਾਂ ਦੇ ਨੇੜੇ ਕੱਕੇ ਰੇਤੇ ਦੇ 4 ਗੱਡੇ ਵਿਛਵਾ ਦੇਣੇ। ਤੇਰੇ ਮਹਾਰਾਜੇ ਨੂੰ ਮੇਰਾ ਗਾਉਣ ਸੁਣਨ ਸੁਰਗਾਂ 'ਚ ਚੱਲ ਕੇ ਆਈ ਮਾਈ ਹੀਰ ਦੀਆਂ ਸੱਜਰੀਆਂ ਪੈੜਾਂ ਵਿਖਾਵਾਂਗੇ। ਵਾਹ, ਇਹ ਸੀ ਗਮੰਤਰੀਆਂ ਦੀ ਕਲਾ ਅਤੇ ਇਹ ਸੀ ਉਸ ਨਾਲ ਜੁੜਿਆ ਸਵੈਮਾਨ। ਅਤੇ ਇਸੇ ਸਵੈਮਾਣੀ ਕਲਾ ਦਾ ਸਿੱਟਾ ਸੀ ਕਿ ਉਸ ਸ਼ਾਮ ਮਹਾਰਾਜਾ ਭੁਪਿੰਦਰ ਸਿੰਘ ਨੇ ਨਗੀਨੇ ਦੀ ਗਾਇਕੀ ਤੋਂ ਗਦਗਦ ਹੋ ਕੇ 20 ਕਿੱਲੇ ਜ਼ਮੀਨ ਉਹਦੇ ਨਾਂ ਕਰ ਦਿੱਤੀ। ਧੰਨਵਾਦ।